ਇੱਥੇ ਅਧਿਕਾਰੀ ਆਏ ਨਹੀਂ ਜੀ ਅਜੇ? ਨਹੀਂ ਅਜੇ ਨਹੀਂ ਜੀ, ਕੋਈ ਆਉਂਦੇ ਹੋਣੇ ਜੀ ਕਿਤੇ, ਮੀਂਹ ਕਰਕੇ ਲੇਟ ਹੋ ਗਏ। ਸੁਪਰਵਾਈਜ਼ਰ ਵਗੈਰਾ ਨਹੀਂ ਅਜੇ ਨਹੀਂ ਆਏ, ਮੀਂਹ ਕਰਕੇ ਲੇਟ ਹੈ ਜੀ ਅੱਜ। ਮੀਂਹ ਕਰਕੇ ਲੇਟ ਹੋ ਗਏ। ਮੀਂਹ ਕਰਕੇ ਤਾਂ ਜਲਦੀ ਆਉਣਾ ਚਾਹੀਦਾ ਸੀ, ਪਰ ਇਹ ਮੀਂਹ ਕਰਕੇ ਲੇਟ ਹੋ ਜਿਹੜਾ ਕੰਮ ਹੈ ਉਹੀ ਤਾਂ ਮਹਿੰਗਾ ਪੈ ਰਿਹਾ ਭਾਜੀ। ਦੇਖੋ ਇਹ ਭਿੱਜ ਰਹੀ ਆ ਕਣਕ, ਇਹਦਾ ਕੋਈ ਬੰਦੋਬਸਤ ਨਹੀਂ। ਸਾਡਾ ਜ਼ਿਮੀਂਦਾਰ ਦਾ ਮਾੜੀ ਜਿਹੀ ਵੀ ਨਰਮੀ ਆ ਜਾਂਦੀ ਆ, ਟਰੈਲੀ ਉੱਥੇ ਗੇਟ ਤੇ ਹੀ ਮੋੜ ਦਿੰਨੇ ਆ। ਮੈਂ ਤਾਂ ਸਰਕਾਰ ਨੂੰ ਬੇਨਤੀ ਕਰਦਾ ਵੀ ਇਹ ਗਰੀਬਾਂ ਨੂੰ ਜਾਂ ਕਣਕ ਦੇਣੀ ਆ ਨਾਲ 500 ਰੁਪਇਆ ਦੇ ਦਿੱਤਾ ਜਾਵੇ ਕਿ ਉਹ ਆਪਣਾ ਇਲਾਜ ਕਰਾ ਲੈਣ। ਕਿਉਂ ਇਹ ਕਣਕ ਨੂੰ ਸੁਸਰੀ ਪੈ ਜਾਣੀ ਹੈ, ਬਿਮਾਰੀਆਂ ਪੈ ਜਾਣੀਆਂ, ਭਿੱਜ ਕੇ ਗਿੱਲੀ ਹੋ ਜਾਣੀ ਹੈ। ਤੇ ਮੋਇਸਚਰ ਮੀਟਰ ਵੀ ਮੈਂ ਪੁੱਛਿਆ ਉੱਥੇ, ਮੈਂ ਕਿਹਾ ਜੀ ਮੋਇਸਚਰ ਮੀਟਰ ਦਿਖਾਇਓ, ਆਪਾਂ ਨਵੀਂ ਤਾਂ ਚੈੱਕ ਕਰ ਲਈਏ ਕਿੰਨੀ ਹੋਗੀ, ਉਹ ਵੀ ਨਹੀਂ ਹੈਗੇ ਇਹਨਾਂ ਕੋਲ। ਮੋਇਸਚਰ ਉਰੇ ਕਿਹਨਾਂ ਲਿਆਉਣੇ ਮੋਇਸਚਰ? ਨਾ ਇਹ ਤਾਂ ਕਿ ਜ਼ਿਮੀਂਦਾਰਾਂ ਖਾਤਰ ਰੱਖੇ ਵੇ ਆ ਬਣਾ ਕੇ ਉੱਥੇ। ਇਹ ਤਾਂ ਜ਼ਿਮੀਂਦਾਰਾਂ ਨੂੰ ਪਰੇਸ਼ਾਨ ਤੰਗ ਕਰਨੇ ਵਾਸਤੇ, ਤਾਂ ਹੀ ਤਾਂ ਪੰਜਾਬ 'ਚ ਇੰਨੀਆਂ ਖੁਦਕਸ਼ੀਆਂ ਹੈ। ਬਾਹਰ ਨੂੰ ਜਾਣੀ ਆ, ਹਿੰਦੁਸਤਾਨ 'ਚ ਜਾਣੀ ਆ, ਗਿੱਲੀ ਕਣਕ, ਆਪੇ ਬਿਮਾਰੀਆਂ ਵਧਣੀਆਂ, ਆਪੇ ਕੈਂਸਰਾਂ ਦੇ ਰੋਗ ਵਧਣੇ ਆ, ਪਰ ਜ਼ਿਮੀਂਦਾਰ ਨਾਲ ਧੱਕਾ ਹੋ ਰਿਹਾ ਮੰਡੀ 'ਚ। ਸ਼ਰਾਬ ਦੇ ਠੇਕਿਆਂ ਦੀ ਕੈਪਟਨ ਸਾਹਿਬ ਨੇ ਗੱਲ ਕੀਤੀ ਸੀ, ਤੁਸੀਂ ਵੀ ਕਿਹਾ ਵੀ ਉਹਦੀ ਨਿਖੇਧੀ ਹੋਈ ਹੈ। ਉੱਥੇ ਤਾਂ ਆਪਾਂ ਨੂੰ 6000 ਕਰੋੜ ਦਾ ਘਾਟਾ ਪੈ ਜਾਂਦਾ। ਹੁਣ ਇੱਥੇ ਇਹਦੇ ਬਾਰੇ ਬਿਆਨਬਾਜ਼ੀਆਂ ਕਿਸੇ ਦੀਆਂ ਨਹੀਂ ਜੀ ਆਉਣੀਆਂ। ਇੱਥੇ ਤਾਂ ਵਾਧਾ ਹੋਣਾ ਵਜਨ ਪਾ ਕੇ। ਭੁੱਖੇ ਪਿਆਸੇ ਧੱਕੇ ਖਾਂਦੇ ਆ ਡਰਾਈਵਰ ਵੀਰ, ਇਹਨਾਂ ਬਾਰੇ ਵੀ ਨਹੀਂ ਕੋਈ ਸੋਚਦਾ ਹੈਗਾ। ਸੋਚਣਾ ਕੀ ਨਾ, ਜਦ ਉਰੇ ਅਫਸਰ ਹੀ ਨਹੀਂ ਹੈਗੇ। ਛੁੱਟੀਆਂ ਮਨਾ ਰਹੇ ਆ, ਆਪਣੀਆਂ ਮੌਜਾਂ ਕਰ ਰਹੇ ਆ। ਇਹ ਛੁੱਟੀਆਂ ਮਨਾਉਣੇ ਦਾ ਸੀਜ਼ਨ ਹੈ। ਡਾਕਟਰ ਹਸਪਤਾਲਾਂ 'ਚ ਡਾਕਟਰਾਂ ਨੂੰ ਡਿਊਟੀ 24 ਘੰਟੇ, ਸਭ ਦੀ 24, ਪੁਲਿਸ ਦੀ 24 ਘੰਟੇ ਡਿਊਟੀ ਆ। ਇਹਨਾਂ ਦੀ ਮੁਲਾਜ਼ਮਾਂ ਦੀ ਛੁੱਟੀਆਂ ਹੈ, ਇਹ ਮੌਜਾਂ ਕਰ ਰਹੇ ਆ ਘਰ ਵਿੱਚ ਬੈਠੀ। ਜਦੋਂ ਡਰਾਈਵਰ ਭਰਾ ਲੈ ਕੇ ਆਉਂਦੇ ਨੇ ਨਾ ਫਸਲ, ਉੱਥੋਂ ਮੰਡੀਆਂ 'ਚੋਂ ਚੱਕ ਕੇ ਲਿਆਉਂਦੇ ਆ, ਤਾਂ ਉਹਨਾਂ ਨੂੰ ਕਿਹਾ ਜਾਂਦਾ ਵੀ ਤਰਪਾਲ ਪੂਰੀ ਤਰ੍ਹਾਂ ਪਾ ਕੇ ਰੱਖਣੀ, ਨਹੀਂ ਤਾਂ ਤੁਹਾਡਾ ਕਿਰਾਏ 'ਚੋਂ ਪੈਸੇ ਕੱਟਣਗੇ ਜੇ ਗਿੱਲੀ ਹੋਗੀ। ਤੇ ਉਸ ਤੋਂ ਬਾਅਦ ਇੱਥੇ ਆ ਕੇ ਕੌਣ ਪੁੱਛਦਾ? ਕਿਸਾਨਾਂ ਨੂੰ ਹਮੇਸ਼ਾ ਹੀ ਮਾਰਾਂ ਪੈਂਦੀਆਂ ਰਹੀਆਂ ਨੇ, ਭਾਵੇਂ ਉਹ ਮਾਰਾਂ ਕੁਦਰਤੀ ਹੋਣ ਜਾਂ ਫਿਰ ਸਰਕਾਰਾਂ ਵੱਲੋਂ ਹੋਣ। ਕਿਉਂਕਿ ਜਦੋਂ ਵੀ ਕਿਸਾਨ ਮੰਡੀਆਂ 'ਚ ਆਉਂਦੇ ਨੇ ਤਾਂ ਇਹ ਵੇਖਿਆ ਜਾਂਦਾ ਹੈ ਕਿ ਕਿਸਾਨ 10-10 15-15 ਦਿਨ ਮੰਡੀਆਂ ਵਿੱਚ ਹੀ ਰੁਲਦੇ ਰਹਿੰਦੇ ਨੇ। ਤੇ ਜਦੋਂ ਕਿਸਾਨਾਂ ਦੀ ਖੜੀ ਫਸਲ ਹੋਵੇ ਤੇ ਮੀਂਹ ਪੈ ਜੇ, ਗੜੇਮਾਰੀ ਹੋ ਜੇ, ਤਾਂ ਉਦੋਂ ਵੀ ਕਿਸਾਨ ਨੂੰ ਕੁਦਰਤ ਦੀ ਮਾਰ ਪੈ ਜਾਂਦੀ ਹੈ। ਇਸ ਵੇਲੇ ਤਸਵੀਰਾਂ ਤੁਸੀਂ ਰੂਪਨਗਰ ਦੀਆਂ ਵੇਖ ਰਹੇ ਹੋ। ਇਹ ਰੂਪਨਗਰ ਦਾ ਗੋਦਾਮ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਖਰੀਦੀ ਹੋਈ ਫਸਲ ਰੱਖੀ ਜਾਂਦੀ ਹੈ। ਸੋ ਮਾਰਕਫੈੱਡ ਦਾ ਇਹ ਗੋਦਾਮ ਹੈਗਾ ਹੈ। ਸੋ ਮੈਂ ਇੱਥੇ ਤੁਹਾਨੂੰ ਪ੍ਰਸ਼ਾਸਨ ਦੀ, ਅਧਿਕਾਰੀਆਂ ਦੀ ਲਾਪਰਵਾਹੀ ਵਿਖਾਉਣੀ ਚਾਹੁੰਦਾ, ਕਿਉਂਕਿ ਜਦੋਂ ਕਿਸਾਨ ਭਰਾ ਸਾਡੇ ਮੰਡੀਆਂ ਦੇ ਵਿੱਚ ਜਾਂਦੇ ਨੇ ਤਾਂ ਐਂਟਰੀ ਵੇਲੇ ਹੀ ਅਧਿਕਾਰੀਆਂ ਵੱਲੋਂ ਮੋਇਸਚਰ ਮੀਟਰ ਰੱਖਿਆ ਜਾਂਦਾ ਹੈ। ਉੱਥੇ ਮੋਇਸਚਰ ਚੈੱਕ ਕੀਤਾ ਜਾਂਦਾ ਹੈ ਵੀ ਕਿੰਨੀ ਕੁ ਨਮੀ ਹੈ। ਜੇ 2% ਨਮੀ ਵੀ ਆ ਜਾਂਦੀ ਹੈ, ਕਹਿੰਦੇ ਚੱਲ ਵਾਪਸ ਇਹਨੂੰ ਸੁਕਾ ਕੇ ਲਿਆਓ। ਉਹ ਫਿਰ ਆਪਣੀ ਫਸਲ ਨੂੰ ਸੁਕਾ ਕੇ ਲਿਆਉਂਦਾ, ਇਸੇ ਤਰ੍ਹਾਂ ਰੋਲਿਆ ਜਾਂਦਾ ਹੈ। ਤੇ ਅੱਜ ਨਮੀ ਚੈੱਕ ਕਰਨ ਵਾਲੇ ਕਿੱਥੇ ਗਏ? ਅੱਜ ਉਹ ਮੀਟਰ ਕਿੱਥੇ ਨੇ ਜਿਹੜੇ 2% ਨਮੀ ਤੋਂ ਬਾਅਦ ਫਸਲ ਨੂੰ ਵਾਪਸ ਭੇਜ ਦਿੰਦੇ ਆ? ਤੇ ਇਸ ਕਣਕ ਨੂੰ ਕੌਣ ਸੁਕਾਏਗਾ? ਇਹ ਵੱਡੇ ਸਵਾਲ ਨੇ। ਇਹਨੂੰ ਢਕਿਆ ਕਿਉਂ ਨਹੀਂ ਗਿਆ? ਮੈਂ ਤੁਹਾਨੂੰ ਇੱਥੇ ਦਿਖਾਉਣਾ ਚਾਹੁੰਦਾ। ਤਰਪਾਲਾਂ ਪਈਆਂ ਨੇ, ਤਰਪਾਲਾਂ ਬੰਨ੍ਹ ਕੇ ਰੱਖੀਆਂ ਹੋਈਆਂ ਨੇ, ਪਰ ਤਰਪਾਲਾਂ ਇਹਨਾਂ ਉੱਤੇ ਨਹੀਂ ਪਾਈਆਂ ਗਈਆਂ। ਇਹ ਲਾਪਰਵਾਹੀ ਦਾ ਖਮਿਆਜ਼ਾ ਸਰਕਾਰ ਨੂੰ ਭੁਗਤਣਾ ਪੈ ਰਿਹਾ ਹੈ, ਲੋਕਾਂ ਨੂੰ ਭੁਗਤਣਾ ਪਏਗਾ। ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਵੀ, ਕਿਉਂਕਿ ਇਸੇ ਕਣਕ ਦੇ ਵਿੱਚੋਂ ਕੁਝ ਕਣਕ ਉਹ ਵੀ ਹੋਏਗੀ ਜੋ 2 ਰੁਪਏ ਕਿਲੋ ਵਿਕੇਗੀ। ਤੇ 2 ਰੁਪਏ ਕਿਲੋ ਵਾਲੀ ਕਣਕ ਗਰੀਬਾਂ ਨੂੰ ਕਹਿੰਦੇ ਆ ਵੀ ਅਸੀਂ ਕਣਕ ਤੁਹਾਨੂੰ 2 ਰੁਪਏ ਕਿਲੋ ਦਿੰਦੇ ਆ। ਤੇ ਮੈਂ ਕਹਾਂਗਾ ਵੀ ਜੇ ਅਜਿਹੀ ਕਣਕ ਤੁਸੀਂ 2 ਰੁਪਏ ਕਿਲੋ ਦੇਣੀ ਹੈ, ਗਿੱਲੀ ਹੋਈ ਕਣਕ, ਗਲੀ ਸੜੀ, ਤਾਂ ਉਹ ਇਹ ਨਾ ਕਹੋ ਵੀ ਅਸੀਂ 20 ਰੁਪਏ ਵਾਲੀ ਕਣਕ 2 ਰੁਪਏ ਕਿਲੋ ਦੇ ਰਹੇ ਹਾਂ। ਆਪਾਂ ਨੂੰ ਇਹ ਮੰਨਣਾ ਪਊਗਾ ਵੀ ਆਪਾਂ 20 ਰੁਪਏ ਵਾਲੀ ਕਣਕ ਨੂੰ 2 ਰੁਪਏ ਕਿਲੋ ਦੀ ਕਣਕ ਬਣਾ ਕੇ 2 ਰੁਪਏ 'ਚ ਹੀ ਵੇਚ ਰਹੇ ਹਾਂ।
ਕਿਉਂਕਿ ਇਸ ਤੋਂ ਬਾਅਦ ਜਦੋਂ ਇਹ ਕਾਲੀ ਹੋ ਜਾਏਗੀ ਫਿਰ ਲੋਕ ਵੀ ਦਿਖਾਉਂਦੇ ਆ, ਫਿਰ ਵੀਡੀਓਜ਼ ਆਉਂਦੀਆਂ ਸਾਹਮਣੇ। ਮਾਰਕਫੈੱਡ ਵੱਲੋਂ ਪੰਜਾਬ ਸਰਕਾਰ ਦੀ ਖਰੀਦੀ ਗਈ, ਇਹ ਪੰਜਾਬ ਸਰਕਾਰ ਲਈ ਖਰੀਦੀ ਗਈ ਕਣਕ ਹੈ ਇਹ, ਜਿਹੜੀ ਹੁਣ ਪੂਰੀ ਤਰ੍ਹਾਂ ਦੇ ਨਾਲ ਗਿੱਲੀ ਹੋ ਚੁੱਕੀ ਆ। ਬਹੁਤ ਜ਼ਿਆਦਾ ਇੱਥੇ ਮੀਂਹ ਪਿਆ, ਹਨੇਰੀ ਹੋਈ, ਝੱਖੜ ਚੱਲੇ, ਸੋ ਕਿਸੇ ਨੇ ਨਹੀਂ ਇਹ ਸਾਂਭੀ ਕਣਕ। ਹਾਲਾਂਕਿ ਅੱਜ ਐਤਵਾਰ ਦੀ ਛੁੱਟੀ ਮਨਾ ਰਹੇ ਹੋਣਗੇ ਅਧਿਕਾਰੀ। ਉਹ ਪਰਲੀ ਸਾਈਡ ਵੀ ਅਸੀਂ ਦਿਖਾਉਣਾ ਚਾਹੁੰਦੇ ਹਾਂ ਤੁਹਾਨੂੰ ਤਸਵੀਰਾਂ, ਵੀ ਉਧਰ ਵੀ ਦੇਖੋ। ਇਹ ਵੀ ਨਹੀਂ ਹੈ ਵੀ ਇੱਥੇ ਲੇਬਰ ਨਹੀਂ ਹੈ, ਲੇਬਰ ਵੀ ਇੱਥੇ ਹੈ, ਪਰ ਕਿਸੇ ਨੇ ਇਹਨਾਂ ਦੀ ਸਾਰ ਨਹੀਂ ਲਈ। ਤਰਪਾਲਾਂ ਇਹ ਦਿਖਾਵੇ ਲਈ ਰੱਖੀਆਂ ਗਈਆਂ ਨੇ ਕੀ। ਸੋ ਕਿੱਥੇ ਨੇ ਉਹ ਅਧਿਕਾਰੀ ਜਿਹੜੇ ਗੱਲਾਂ ਕਰਦੇ ਨੇ ਕਿਸਾਨਾਂ ਨੂੰ ਮੰਡੀਆਂ ਦੇ ਵਿੱਚੋਂ ਮੋੜਿਆ ਜਾਂਦਾ ਹੈ? ਉਹ ਅੱਜ ਅਧਿਕਾਰੀ ਇੱਥੇ ਕਿਉਂ ਨਹੀਂ ਦਿਸ ਰਹੇ? ਸੋ ਇਹ ਵੱਡੇ ਸਵਾਲ ਨੇ। ਆਪਾਂ ਨੂੰ ਸ਼ਰਾਬ ਦੇ ਠੇਕੇ ਬੰਦ ਰਹਿ ਗਏ, ਆਪਾਂ ਨੂੰ ਘਾਟਾ ਪੈ ਗਿਆ ਜੀ। ਤੇ ਆ ਕਰੋੜਾਂ ਰੁਪਏ ਦੀ ਜਿਹੜੀ, ਕੈਪਟਨ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਵੀ ਇਹ ਕਰੋੜਾਂ ਰੁਪਏ ਦੀ ਜਿਹੜੀ ਇਹ ਫਸਲ ਅਣਗਹਿਲੀ ਕਾਰਨ, ਲਾਪਰਵਾਹੀ ਕਾਰਨ ਨਸ਼ਟ ਹੋ ਗਈ, ਇਹਦਾ ਕੋਈ ਘਾਟਾ ਨਹੀਂ ਆਪਾਂ ਨੂੰ। ਇਹਦੇ ਵੀ ਜਿਹੜੇ ਹੈਗੇ ਆ ਜਵਾਬ ਲੈਣੇ ਚਾਹੀਦੇ ਆ, ਕਿਉਂਕਿ ਜੇ ਸਖਤੀ ਹੋਊਗੀ ਤਾਂ ਹੀ ਸਾਡਾ ਮੁਲਕ ਬਚ ਸਕੇਗਾ। ਅਸੀਂ ਅਨਾਜ ਪੈਦਾ ਕਰਦੇ ਹਾਂ, ਅਨਾਜ ਨੂੰ ਪੁੱਤਾਂ ਵਾਂਗੂ ਪਾਲਦੇ ਆ, ਤੇ ਇਹ ਕੋਈ ਚਾਹੁੰਦਾ ਹੁੰਦਾ ਹੈ ਵੀ ਆਪਣਾ ਸਾਡਾ ਪੁੱਤ ਮੰਡੀਆਂ ਦੇ ਵਿੱਚ ਜਾਂ ਫਿਰ ਸਾਡਾ ਪੁੱਤ ਮੀਂਹ ਦੇ ਵਿੱਚ ਰੁਲੇ। ਇਹ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਅੱਜ ਮੀਂਹ ਦੇ ਵਿੱਚ ਰੁਲ ਰਹੀ ਹੈ। ਸੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਅਸੀਂ ਦੇਖਦੇ ਹਾਂ ਉੱਥੇ ਜਾ ਕੇ ਵੀ ਪ੍ਰਸ਼ਾਸਨਿਕ ਅਧਿਕਾਰੀ ਕਿਹੜੇ ਨੇ ਤੇ ਉਹ ਕੀ ਕਹਿੰਦੇ ਨੇ। ਉਹਨਾਂ ਤੋਂ ਸਵਾਲ ਅਸੀਂ ਜ਼ਰੂਰ ਪੁੱਛਦੇ ਹਾਂ ਤੇ ਜਵਾਬ ਵੀ ਲੈਂਦੇ ਹਾਂ। ਸੋ ਵੇਖਦੇ ਹਾਂ ਉੱਥੇ ਸਾਨੂੰ ਕੋਈ ਅਧਿਕਾਰੀ ਮਿਲਦਾ ਹੈ ਜਾਂ ਨਹੀਂ। ਸੋ ਅਧਿਕਾਰੀਆਂ ਦੀ ਗੱਲ ਕੀਤੀ ਸੀ ਕਿ ਇੱਥੇ ਕੋਈ ਵੀ ਅਧਿਕਾਰੀ ਨਹੀਂ ਦਿਖ ਰਿਹਾ। ਬੇਸ਼ੱਕ ਹਾਲਾਤ ਬੁਰੇ ਹੋ ਗਏ ਨੇ, ਪਰ ਅੱਜ ਕਹਿੰਦੇ ਸੰਡੇ ਇੰਜੋਏ ਕਰ ਰਹੇ ਨੇ ਅਧਿਕਾਰੀ। ਸੋ ਕਿਹਦੀ ਜ਼ਿੰਮੇਵਾਰੀ ਬਣਦੀ ਹੈ ਇਹ? ਕੋਈ ਤਰਪਾਲਾਂ ਪਾਉਣ ਵਾਲਾ ਨਹੀਂ ਹੈ ਇੱਥੇ, ਕੋਈ ਸਿਕਿਉਰਿਟੀ ਵਾਲਾ ਨਹੀਂ ਦਿਸ ਰਿਹਾ। ਬਾਈ ਜੀ ਤੁਸੀਂ ਸਾਰੇ ਡਰਾਈਵਰ ਹੋ, ਕਿਵੇਂ ਹੋ? ਲੇਬਰ ਵਾਲੇ ਹੋ। ਤੇ ਤੁਹਾਡਾ ਕੋਈ ਇੱਥੇ ਅਧਿਕਾਰੀ ਆਇਆ ਨਹੀਂ ਜੀ ਅਜੇ? ਨਹੀਂ ਅਜੇ ਤਾਂ ਨਹੀਂ ਆਇਆ ਕੋਈ, ਆਉਂਦੇ ਹੋਣੇ ਜੀ ਕਿਤੇ। ਮੀਂਹ ਕਰਕੇ ਲੇਟ ਹੋ ਗਏ। ਸੁਪਰਵਾਈਜ਼ਰ ਵਗੈਰਾ ਨਹੀਂ ਅਜੇ ਨਹੀਂ ਆਏ। ਮੀਂਹ ਕਰਕੇ ਲੇਟ ਹੈ ਜੀ ਅੱਜ। ਮੀਂਹ ਕਰਕੇ ਲੇਟ ਹੋ ਗਏ। ਮੀਂਹ ਕਰਕੇ ਤਾਂ ਜਲਦੀ ਆਉਣਾ ਚਾਹੀਦਾ ਸੀ, ਪਰ ਇਹ ਮੀਂਹ ਕਰਕੇ ਲੇਟ ਹੋ ਜਿਹੜਾ ਕੰਮ ਹੈ ਉਹੀ ਤਾਂ ਮਹਿੰਗਾ ਪੈ ਰਿਹਾ ਭਾਜੀ। ਸੋ ਸਾਨੂੰ ਪ੍ਰਸ਼ਾਸਨਿਕ ਅਧਿਕਾਰੀ ਤਾਂ ਇੱਥੇ ਲੱਭੇ ਨਹੀਂ, ਕਿਧਰੇ ਵੀ ਦਿਸੇ ਨਹੀਂ ਹੈ। ਪਰ ਕਿਉਂਕਿ ਅਸੀਂ ਉਹਨਾਂ ਤੋਂ ਵੀ ਉਹਨਾਂ ਦਾ ਪੱਖ ਜਾਣਨਾ ਚਾਹੁੰਦੇ ਸੀ ਵੀ ਇਹ ਕਿਉਂ ਅਜਿਹਾ ਹੋ ਰਿਹਾ ਹੈ। ਇੱਥੇ ਦੇ ਜੋ ਮਾਰਕਫੈੱਡ ਦੇ ਗੋਦਾਮ ਦੇ ਵਿੱਚ ਅਧਿਕਾਰੀ ਹੈਗੇ ਆ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ, ਸ਼ਾਇਦ ਐਤਵਾਰ ਦੀ ਛੁੱਟੀ ਮਨਾ ਰਹੇ ਨੇ, ਲੇਟ ਹੋ ਰਹੇ ਨੇ, ਕਿਉਂਕਿ ਉੱਧਰ ਟਰੱਕਾਂ ਵਾਲੇ ਵੀ ਬਹੁਤ ਜ਼ਿਆਦਾ ਦੁਖੀ ਨੇ। ਉਹ ਕਹਿੰਦੇ ਜੀ ਵੀ ਅਸੀਂ 3 ਦਿਨਾਂ ਤੋਂ ਖੜ੍ਹੇ ਹਾਂ, ਹੁਣ ਤੱਕ ਕੋਈ ਨਹੀਂ ਆਇਆ। ਇਸ ਵੇਲੇ ਰਿਕਾਰਡਿੰਗ ਚੱਲ ਰਹੀ ਹੈ, 9:30 ਹੋ ਗਏ ਨੇ, ਪਰ ਇਹ ਤਾਂ 6-6 7-7 ਵਜੇ ਆਉਣੇ ਚਾਹੀਦੇ ਆ, ਕਿਉਂਕਿ ਮੌਸਮ ਖਰਾਬ ਹੋ ਗਿਆ ਇੱਕਦਮ। ਉਹਨਾਂ ਦੀਆਂ ਐਮਰਜੈਂਸੀ ਡਿਊਟੀ ਹੋਣੀਆਂ ਚਾਹੀਦੀਆਂ ਨੇ। ਜ਼ਿੰਮੇਵਾਰੀ ਕੀ ਹੁੰਦੀ ਹੈ, ਜ਼ਿੰਮੇਵਾਰੀ ਇਹ ਪਤਾ ਹੋਣਾ ਚਾਹੀਦਾ ਹੈ। ਅਸੀਂ ਵੀ ਕੋਈ ਪੱਗਾਂ ਬੰਨ੍ਹ ਕੇ ਨਹੀਂ ਆਏ ਹੋਏ, ਅਸੀਂ ਵੀ ਛੋਟੀਆਂ ਦਸਤਾਰਾਂ ਬੰਨ੍ਹ ਕੇ ਇੱਥੇ ਆਏ ਹੋਏ ਹਾਂ। ਸਾਨੂੰ ਪ੍ਰਸ਼ਾਸਨਿਕ ਅਧਿਕਾਰੀ ਤਾਂ ਮਿਲੇ ਨਹੀਂ, ਪਰ ਸਾਨੂੰ ਕਿਸਾਨ ਆਗੂ, ਕਿਸਾਨ ਯੂਨੀਅਨ ਦੇ ਆਗੂ ਮਿਲ ਗਏ ਆ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਰੁਪਿੰਦਰ ਸਿੰਘ ਰੂਪਾ, ਬਲਾਕ ਪ੍ਰਧਾਨ ਕਿਸਾਨ ਯੂਨੀਅਨ ਕਾਦੀਆਂ। ਹਾਂ ਰੂਪਾ ਜੀ, ਕੀ ਕਹਿੰਦੇ ਹੋ? ਮਤਲਬ ਕਿ ਇਹ ਕਿਸਾਨਾਂ ਦੀ ਜਦੋਂ 2% ਵੀ ਨਵੀਂ ਵੱਧ ਆ ਜਾਂਦੀ ਹੈ ਉਦੋਂ ਤਾਂ ਕਿਸਾਨਾਂ ਨੂੰ ਵਾਪਸ ਕਰ ਦਿੱਤਾ ਜਾਂਦਾ, ਅੱਜ ਇੱਥੇ ਤਰ ਰਹੀ ਹੈ ਜੀ। ਦੇਖੋ ਇਹ ਭਿੱਜ ਰਹੀ ਹੈ ਕਣਕ, ਇਹਦਾ ਕੋਈ ਬੰਦੋਬਸਤ ਨਹੀਂ। ਸਾਡਾ ਜ਼ਿਮੀਂਦਾਰ ਦਾ ਮਾੜੀ ਜੀ ਵੀ ਨਰਮੀ ਆ ਜਾਂਦੀ ਆ, ਟਰੈਲੀ ਉੱਥੇ ਗੇਟ ਤੇ ਹੀ ਮੋੜ ਦਿੰਦੇ ਆ, ਗਾਹਾਂ ਵੀ ਨਹੀਂ ਜਾਣ ਦਿੰਦੇ ਹੈਗੇ। ਜ਼ਿਮੀਂਦਾਰ ਨਾਲ ਇੰਨਾ ਧੱਕਾ ਹੋ ਰਿਹਾ। ਫਿਰ ਇਹ ਕਣਕ ਭਿੱਜ ਰਹੀ ਆ ਸ਼ਰੇਆਮ, ਬਈ ਮਤਲਬ ਕੋਈ ਤਰਪਾਲ ਨਹੀਂ, ਕੋਈ ਮੁਲਾਜ਼ਮ ਨਹੀਂ ਹੈਗਾ। ਬਈ ਮੁਲਾਜ਼ਮਾਂ ਨੂੰ ਹੋਣਾ ਚਾਹੀਦਾ ਸੀ, ਗੱਡੀਆਂ ਭਰੀਆਂ ਖੜੀਆਂ। ਇਹ ਕਣਕ ਗਰੀਬਾਂ ਨੂੰ ਵੀ ਜਾਣੀ ਆ। ਮੈਂ ਤਾਂ ਸਰਕਾਰ ਨੂੰ ਬੇਨਤੀ ਕਰਦਾ ਵੀ ਇਹ ਗਰੀਬਾਂ ਨੂੰ ਜੇ ਕਣਕ ਦੇਣੀ ਆ ਨਾਲ 500 ਰੁਪਇਆ ਦੇ ਦਿੱਤਾ ਜਾਵੇ ਕਿ ਉਹ ਆਪਣਾ ਇਲਾਜ ਕਰਾ ਲੈਣ। ਕਿਉਂ ਇਹ ਕਣਕ ਨੂੰ ਸੁਸਰੀ ਪੈ ਜਾਣੀ ਹੈ, ਬਿਮਾਰੀਆਂ ਪੈ ਜਾਣੀਆਂ, ਭਿੱਜ ਕੇ ਗਿੱਲੀ ਹੋ ਜਾਣੀ ਹੈ, ਵਜਨ ਆਪੇ ਵੱਧ ਜਾਣਾ ਕਣਕ ਦਾ। ਇਹਦਾ ਇੱਕ ਦਿਨ ਵੀਡੀਓ ਪਹਿਲਾਂ ਵੀ ਟਰੱਕ 'ਚ ਆਈ ਸੀ ਕਣਕ ਕਿਰਦੇ ਦੀ, ਵੀ ਇਹਦੇ ਕਰਕੇ ਆਸੂ ਜੀ ਦੀ ਘਰ ਵਾਲੀ ਨੇ ਵੀ ਕੱਲ ਟੀਵੀ ਤੇ ਹੋ ਕੇ ਦੱਸਿਆ ਵੀ ਦਾਰੂ ਦੇ ਠੇਕੇ ਜਿਹੜੇ ਡਿਲੀਵਰੀ ਘਰ ਘਰ ਤਾਂ ਪਜਾਈ ਜਾਂਦੀ ਆ। ਇਹਨਾਂ ਨੇ ਕਿਹਾ ਤਾਂ ਵੀ ਅਸੀਂ ਪੰਜਾਬ 'ਚ ਤੇ ਘਰ ਘਰ ਤੇ ਨਸ਼ਾ ਖਤਮ ਕਰ ਦੂੰਗੇ। ਉਹਨਾਂ ਨੇ ਵੀ ਇਹ ਗੱਲ ਦਾ ਰਾਜਾ ਬੜਿੰਗ ਦੇ ਘਰ ਤੋਂ ਵੀ ਉਹਨਾਂ ਨੇ ਵੀ ਇਤਰਾਜ਼ ਕਰਿਆ ਵੀ ਇਹ ਨਸ਼ਾ ਘਰ ਘਰ ਤਾਂ ਅਸੀਂ ਪਜਾਉਣੇ ਦਾ ਆਰਡਰ ਕਰਤਾ, ਅਸੀਂ ਬੰਦ ਤਾਂ ਕੀ ਕਰਨਾ। ਇਹ ਪ੍ਰਸ਼ਾਸਨ ਸੁੱਤਾ ਪਿਆ, ਕੋਈ ਅਧਿਕਾਰੀ ਨਹੀਂ ਹੈਗਾ। ਦੇਖ ਲਓ ਖੁੱਲੇ ਸਮਾਨ ਥੱਲੇ ਕਣਕ ਪਈ ਆ, ਭਿੱਜ ਰਹੀ ਹੈ। ਇਹਨੇ ਕਣਕ ਨਾਲ ਗਲਣਾ, ਸੁਸਰੀ ਲੱਗਣੀ ਹੈ, ਬਿਮਾਰੀ ਪੈਣੀ ਹੈ। ਕੋਈ ਹਾਲ ਨਹੀਂ ਹੈ ਸਾਡੇ ਮਤਲਬ ਪ੍ਰਸ਼ਾਸਨ ਔਰ ਸਰਕਾਰ ਦਾ, ਬਹੁਤ ਇਹਦੇ 'ਚ ਅਣਗਹਿਲੀ ਆ। ਅਸੀਂ ਸਾਡਾ ਜ਼ਿਮੀਂਦਾਰ ਨਾਲ ਧੱਕਾ ਹੈ, ਜ਼ਿਮੀਂਦਾਰਾਂ ਦੀ ਕੱਟ।
ਜੇ ਕੋਈ ਗਿੱਲੀ ਆ ਨਰਮ ਆ ਮਾੜੀ ਜਿਹੀ ਵੀ ਨਰਮ ਆ ਤਾਂ ਵੀ ਜ਼ਿਮੀਂਦਾਰਾਂ ਦਾ ਕੱਟ, ਜ਼ਿਮੀਂਦਾਰਾਂ ਦੀ ਕੋਈ ਸੁਣਵਾਈ ਨਹੀਂ ਹੈਗੀ, ਜ਼ਿਮੀਂਦਾਰਾਂ ਨਾਲ ਧੱਕਾ ਹੋ ਰਿਹਾ ਹੈ। ਪਰ ਇੱਥੇ ਕੋਈ ਪੁੱਛਦਾ ਨਹੀਂ ਹੈਗਾ ਵੀ ਹਾਂ ਇਹ ਬੋਰੀਆਂ ਭਿੱਜ ਰਹੀਆਂ ਹੈ, ਬਿਨਾਂ ਪਰ ਤਰਪਾਲਾਂ ਦਿੱਤੀਆਂ ਜਾਣ, ਕੋਈ ਅਧਿਕਾਰੀ ਮੌਜੂਦ ਨਹੀਂ ਹੈਗਾ। ਪਰ ਅਧਿਕਾਰੀ ਕੋਈ ਮੌਜੂਦ ਨਹੀਂ, ਲੇਬਰ ਦੇ ਉੱਧਰ ਬੈਠੇ ਨੇ, ਪਰ ਕੁੱਤੇ ਜ਼ਰੂਰ ਦਿਖ ਰਹੇ ਜੀ ਉੱਤੇ। ਕੁੱਤਿਆਂ ਨੇ ਘੁੰਮਣਾ, ਕੁੱਤਿਆਂ ਨੇ ਗੂੰ ਮੂਤ ਹਗਣਾ, ਇਹੀ ਪਬਲਿਕ ਨੇ ਖਾਣੀ ਆ। ਸਭ ਤੋਂ ਬੜੀ ਗੱਲ ਤਾਂ ਇਹ ਆ, ਪਬਲਿਕ ਆਪੇ ਬਿਮਾਰ ਹੋਣੀ ਹੈ। ਪਬਲਿਕ ਨੂੰ ਮੈਂ ਤਾਂ ਹੀ ਕਿਹਾ ਨਾ ਵੀ 500 ਰੁਪਈਆ ਸਰਕਾਰ ਨਾਲ ਜਾਂ ਵੰਡਣੀਆਂ ਕਣਕ ਪਿੰਡਾਂ 'ਚ ਨਾਲ ਦੇ ਦੇਵੇ ਬੰਦੇ ਪ੍ਰਤੀ, ਤਾਂ ਬਚੂਗੇ। ਨਹੀਂ ਇਹੋ ਜਿਹੀ ਭਿੱਜੀ ਹੋਈ ਕਣਕ ਨੂੰ ਸੁਸਰੀ ਲੱਗਣੀਆਂ, ਬਿਮਾਰੀਆਂ ਲੱਗਣੀਆਂ ਏ। ਅਸੀਂ ਤਾਂ ਬਚਾ ਕੇ ਰੱਖਦੇ ਹਾਂ ਘਰਾਂ 'ਚ ਜਿਹੜੀ ਖਾਣੇ ਜੋਗੀ ਕਣਕ ਹੈ, ਇਹ ਸ਼ਰੇਆਮ ਖੁੱਲੀ ਭਿੱਜ ਰਹੀ ਆ। ਵਜਨ ਵੱਧ ਰਿਹਾ ਕਣਕ ਦਾ, ਆਟੋਮੈਟਿਕ ਵਜਨ ਵੱਧ ਰਿਹਾ ਹੈ। ਇਸ ਕਰਕੇ ਇਹ ਸਾਰੀ ਮਿਲੀ ਭੁਗਤ ਨਾਲ ਹੋ ਰਿਹਾ ਕੰਮ ਵੀ ਵਜਨ ਹੈ ਜਿਹੜਾ ਪਿਆ ਵੱਧਦਾ ਕਣਕ ਦਾ ਵੱਧ ਜਾਵੇ, ਕੋਈ ਚੱਕਰ ਨਹੀਂ, ਮੋਚਰ ਆਉਂਦਾ ਜਿੰਨਾ ਮਰਜ਼ੀ ਆ ਜਾਵੇ, ਪਰ ਜ਼ਿਮੀਂਦਾਰ ਦਾ ਨਹੀਂ ਮਾੜਾ ਜਿਹਾ ਵੀ ਲੈਣਾ ਹੈਗਾ, ਮਾੜਾ ਜਿਹਾ ਵੀ ਮੋਚਰ। ਅੱਜ ਮੋਇਸਚਰ ਵਾਲੇ ਵੀ ਨਹੀਂ ਦਿਸ ਰਹੇ, ਤੇ ਮੋਇਸਚਰ ਮੀਟਰ ਵੀ ਮੈਂ ਪੁੱਛਿਆ ਉੱਥੇ, ਮੈਂ ਕਿਹਾ ਜੀ ਮੋਇਸਚਰ ਮੀਟਰ ਦਿਖਾਇਓ, ਆਪਾਂ ਨਵੀਂ ਤਾਂ ਚੈੱਕ ਕਰ ਲਈਏ ਕਿੰਨੀ ਹੋਗੀ, ਉਹ ਵੀ ਨਹੀਂ ਹੈਗੇ ਇਹਨਾਂ ਕੋਲ। ਮੋਇਸਚਰ ਉਰੇ ਕਿਹਨਾਂ ਲਿਆਉਣੇ ਮੋਇਸਚਰ? ਨਾ ਇਹ ਤਾਂ ਕਿ ਜ਼ਿਮੀਂਦਾਰਾਂ ਖਾਤਰ ਰੱਖੇ ਵੇ ਆ ਬਣਾ ਕੇ ਉੱਥੇ। ਇਹ ਤਾਂ ਜ਼ਿਮੀਂਦਾਰਾਂ ਨੂੰ ਪਰੇਸ਼ਾਨ ਤੰਗ ਕਰਨੇ ਵਾਸਤੇ, ਤਾਂ ਹੀ ਤਾਂ ਪੰਜਾਬ 'ਚ ਇੰਨੀਆਂ ਖੁਦਕਸ਼ੀਆਂ ਹੈ। ਇਹ ਤਾਂ ਜ਼ਿਮੀਂਦਾਰਾਂ ਖਾਤਰ ਰੱਖੇ ਵੇ ਆ, ਉਰੇ ਖਾਤਰ ਕੋਈ ਮੋਇਸਚਰ ਨਹੀਂ ਆ। ਤੁਹਾਡੇ ਸਾਹਮਣੇ ਨੰਗੀ ਹੀ ਪਈ ਆ, ਕਿੰਨਾ ਮੀਂਹ ਪਿਆ, ਖੇਤਾਂ ਵਿੱਚ ਪਾਣੀ ਖੜ ਗਿਆ, ਉਹ ਸਾਰਾ ਬੋਰੀਆਂ ਵਿੱਚੇ ਗਿਆ ਹੈ। ਇਹ ਤਾਂ ਸਰਕਾਰ ਪ੍ਰਸ਼ਾਸਨ ਜ਼ਿੰਮੇਦਾਰ ਆ, ਅਧਿਕਾਰੀ ਜ਼ਿੰਮੇਦਾਰ ਆ, ਜਿਹੜੀ ਮਿਲੀ ਭੁਗਤ ਨਾਲੇ ਕੰਮ ਹੋ ਰਿਹਾ ਹੈ। ਨਹੀਂ ਕਿਸੇ ਨੂੰ ਡਰੇ ਨਹੀਂ ਹੈਗਾ, ਮੁਲਾਜ਼ਮ ਬੰਦੇ ਨੂੰ ਆਪਣੀ ਨੌਕਰੀ ਦਾ ਡਰ ਹੋਣਾ ਚਾਹੀਦਾ। ਜਾਂ ਜ਼ਿਮੀਂਦਾਰ ਦੀ ਤਾਂ ਟਰੈਲੀ ਭਰੀ ਵੀ ਮੋੜ ਦਿੱਤੀ ਜਾਂਦੀ ਹੈ ਵੀ ਜਾ ਤੇਰੀ ਤਾਂ ਨਰਮ ਹੈ, ਮਾੜੀ ਜੀ ਵੀ ਨਰਮ ਹੈ, ਮੰਡੀ ਵਿੱਚ ਲੱਤੀ ਨਹੀਂ ਜਾਂਦੀ ਹੈਗੀ। ਆਹੀ ਹਾਲ ਮੰਡੀ ਦਾ, ਮੰਡੀ 'ਚ ਨੰਗੀਆਂ ਪਈਆਂ ਕਣਕਾਂ, ਬੁਰਾ ਹਾਲ ਹੈ। ਇਸ ਕਰਕੇ ਅਸੀਂ ਮਤਲਬ ਇਹਦੀ ਬਹੁਤ ਨਿਖੇਧੀ ਕਰਦੇ ਹਾਂ। ਕਿਸਾਨ ਯੂਨੀਅਨ, ਜ਼ਿਮੀਂਦਾਰਾਂ ਨਾਲ ਧੱਕਾ ਹੋ ਰਿਹਾ, ਇੱਥੇ ਕਿਸੇ ਨੂੰ ਕੋਈ ਪਰਵਾਹ ਨਹੀਂ ਹੈਗੀ, ਕੋਈ ਪਰਵਾਹ ਨਹੀਂ। ਤੇ ਮੈਂ ਦੇਖਿਆ ਲੇਬਰ ਉੱਥੇ ਆਈ ਹੋਈ ਹੈ, ਤਰਪਾਲਾਂ ਇਹ ਵੀ ਨਹੀਂ ਹੈਗੀਆਂ ਬਈ ਸਰਕਾਰ ਕੋਲ ਜੀ, ਜਾਂ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ, ਮਾਰਕਫੈਡ ਕੋਲ ਪ੍ਰਬੰਧ ਨਹੀਂ ਸੀ। ਤਰਪਾਲਾਂ ਉਹ ਪਈਆਂ ਜੀ, ਤੇ ਤਰਪਾਲਾਂ ਉਧਰ ਵੀ ਦਿਖਾਵਾਂਗਾ, ਪੈਕਟ ਦੇ ਪੈਕਟ ਪੈ ਜੋ ਪਏ ਜੀ ਤਰਪਾਲਾਂ ਦੇ, ਪਰ ਲਾਪਰਵਾਹੀ ਦੇਖੋ। ਲੇਬਰ ਕਿਆ ਕਰੂਗੀ ਜਦ ਕੋਈ ਜ਼ਿੰਮੇਦਾਰ ਜਿਹੜਾ ਅਧਿਕਾਰੀ ਹੈ ਉਹੀ ਨਹੀਂ ਮੌਜੂਦ ਹੈਗਾ, ਤਾਂ ਲੇਬਰ ਕਿਆ ਕਰੂਗੀ ਕਹੇ ਬਗੈਰ? ਫੋਨ ਵੀ ਨਹੀਂ ਆਇਆ ਜੀ ਉੱਥੋਂ, ਫੋਨ ਹੀ ਕਰ ਦਿੰਦੇ ਵੀ ਭਾਈ ਤਰਪਾਲਾਂ ਪਾ ਦੂੰ। ਉਹੀ ਹੈ, ਲੇਬਰ ਤਾਂ ਹੀ ਕਰੂਗੀ ਜੇ ਲੇਬਰ ਨੂੰ ਕੋਈ ਆਰਡਰ ਦਊਗਾ। ਉਹ ਕਹਿੰਦੇ ਸਾਨੂੰ ਕਿਹਾ ਨਹੀਂ ਕਿਸੇ ਨੇ। ਜੇ ਲੇਬਰ ਨੂੰ ਕਹਿਣਾ ਹੀ ਨਹੀਂ, ਵਜਨ ਵੱਧਦਾ ਪਿਆ, ਵਧੀਆ ਗੱਲ ਆ, ਵੱਧਦਾ ਲੋਕਾਂ 'ਚ ਵੰਡਣੀ ਆ, ਪਹਾੜ ਨੂੰ ਜਾਣੀ ਆ, ਹਿੰਦੁਸਤਾਨ 'ਚ ਜਾਣੀ ਆ ਗਿੱਲੀ ਕਣਕ, ਆਪੇ ਬਿਮਾਰੀਆਂ ਵਧਣੀਆਂ, ਆਪੇ ਕੈਂਸਰਾਂ ਦੇ ਰੋਗ ਵਧਣੇ ਆ। ਪਰ ਜ਼ਿਮੀਂਦਾਰ ਨਾਲ ਧੱਕਾ ਹੋ ਰਿਹਾ ਮੰਡੀ 'ਚ, ਜਦੇ ਟਰੈਲੀ ਮੋੜ ਦਿੱਤੀ ਜਾਂਦੀ ਹੈ ਜਾਂ ਮਾੜਾ ਜਿਹਾ ਵੀ ਨਰਮ ਹੁੰਦਾ। ਆਹ ਹਾਲ ਦੇਖ ਕੇ ਜ਼ਿਮੀਂਦਾਰ ਨਾਲ ਨਹੀਂ ਮੋੜਨੀ ਚਾਹੀਦੀ ਜ਼ਿਮੀਂਦਾਰ ਦੀ ਟਰੈਲੀ। ਅਸੀਂ ਤਾਂ ਇਹਦੀ ਬਹੁਤ ਨਿੰਦਿਆ ਕਰਦੇ ਹਾਂ, ਬਹੁਤ ਨਿੰਦਿਆ ਕਰਦੇ ਹਾਂ ਵੀ ਜ਼ਿਮੀਂਦਾਰ ਨਾਲ ਕਿਉਂ ਧੱਕਾ ਕਰਦੇ ਹਾਂ। ਜੇ ਜ਼ਿਮੀਂਦਾਰ ਮਾੜਾ ਜਿਹਾ ਫੂਸ ਨੂੰ ਵੀ ਅੱਗ ਲਾਉਣ ਦਾ ਤਾਂ ਵੀ ਉਹਦਾ ਚਲਾਨ। ਇਸ ਕਰਕੇ ਇੱਥੇ ਕਿਸੇ ਦਾ ਕੋਈ ਚਲਾਨ ਨਹੀਂ, ਕਿਸੇ ਨੂੰ ਕੋਈ ਡਰ ਨਹੀਂ ਹੈਗਾ। ਸੋ ਸ਼ਰਾਬ ਦੇ ਠੇਕਿਆਂ ਦੀ ਕੈਪਟਨ ਸਾਹਿਬ ਨੇ ਗੱਲ ਕੀਤੀ ਸੀ, ਤੁਸੀਂ ਵੀ ਕਿਹਾ ਵੀ ਉਹਦੀ ਨਿਖੇਧੀ ਹੋਈ ਹੈ। ਉੱਥੇ ਤਾਂ ਆਪਾਂ ਨੂੰ 6000 ਕਰੋੜ ਦਾ ਘਾਟਾ ਪੈ ਜਾਂਦਾ, ਹੁਣ ਇੱਥੇ ਇਹਦੇ ਬਾਰੇ ਬਿਆਨਬਾਜ਼ੀਆਂ ਕਿਸੇ ਦੀਆਂ ਨਹੀਂ ਜੀ ਆਉਣੀਆਂ। ਇੱਥੇ ਤਾਂ ਵਾਧਾ ਹੋਣਾ, ਵਜਨ ਵੱਧ ਕੇ, ਵਜਨ ਵੱਧ ਕੇ ਇੱਥੇ ਦਾ ਵਾਧਾ ਹੋਣਾ ਹੈ, ਇੱਥੇ ਦਾ ਵਜਨ ਵਧਣਾ ਹੈ, ਵਾਧਾ ਹੋਣਾ ਹੈ, ਤਾਂ ਹੀ ਨਹੀਂ ਕੋਈ ਢੱਕ ਰਿਹਾ। ਜਦੋਂ ਖਰੀਦ ਹੋ ਜਾਂਦੀ ਹੁਣ ਇੱਥੇ ਆ ਗਈ, ਉਸ ਤੋਂ ਬਾਅਦ ਕਿਸੇ ਨੇ ਨਹੀਂ ਇਹਨੂੰ ਚੈੱਕ ਕਰਨਾ ਜੀ। ਕਿਹਨੇ ਕਰਨਾ ਚੈੱਕ? ਕਿਸੇ ਨੇ ਆਪਣੀਆਂ ਤੁਹਾਡੇ ਸਾਹਮਣੇ ਖੁੱਲੇ ਪਏ ਆ, ਮਤਲਬ ਨਹੀਂ ਹੈਗਾ। ਤੁਹਾਨੂੰ ਫੇਰ ਦਿਖਾ ਦੂੰਗਾ, ਮੀਂਹ ਪੈਂਦੇ ਮੈਂ ਤਰਪਾਲਾਂ ਚੱਕੀਆਂ ਵੀ ਹੋਣਗੀਆਂ, ਫੇਰ ਦਿਖਾ ਦਾਂਗੇ ਤੁਹਾਨੂੰ। ਅੱਗੇ ਵੀ ਅਸੀਂ ਬੋਲੇ ਆ, ਪਹਿਲਾਂ ਵੀ ਬੋਲਦੇ ਰਹੇ ਆ, ਤਰਪਾਲਾਂ ਸਮੇਂ ਤੇ ਚੱਕ ਦਿੱਤੀਆਂ ਜਾਂਦੀਆਂ। ਇਹ ਪਤਾ ਨਹੀਂ ਕਿਆ ਗੱਲ ਆ, ਅਧਿਕਾਰੀਆਂ ਦੀ ਕਿਆ ਮਿਲੀ ਭੁਗਤ ਆ, ਕਿਆ ਕੁਛ ਆ, ਤਰਪਾਲਾਂ ਮੀਂਹ 'ਚ ਚੱਕ ਦਿੱਤੀਆਂ ਜਾਂਦੀਆਂ। ਇਹ ਮੈਂ ਫੇਰ ਵੀ ਦਿਖਾ ਦੂੰਗਾ ਮੀਂਹ ਪੈਂਦੇ 'ਚ ਵੀ ਤਰਪਾਲਾਂ ਚੱਕੀਆਂ ਹੋਈਆਂ। ਇਹ ਮਜ਼ਦੂਰਾਂ ਦਾ ਤਾਂ ਕਸੂਰ ਹੀ ਨਹੀਂ ਹੈਗਾ, ਮਜ਼ਦੂਰ ਤਾਂ ਵਿਚਾਰੇ ਜੇ ਇਹਨਾਂ ਨੂੰ ਆਰਡਰ ਕਰੂੰਗੇ ਤਾਂ ਇਹ ਕਰੂੰਗੇ, ਜਦ ਜ਼ਿੰਮੇਦਾਰ ਬੰਦਾ ਹੀ ਨਹੀਂ ਹੈਗਾ ਤਾਂ ਕਿ ਜ਼ਿਮੀਂਦਾਰ ਦੀ ਮਾੜੀ ਜੀ ਨਰਮਾ ਟਰੈਲੀ ਮੋੜ ਲੈ ਜਾ, ਜਦੇ ਉੱਥੇ ਤੇ ਮੋੜ ਦਿੰਦੇ ਆ, ਉਹਦੇ ਨਾਲ ਧੱਕਾ ਹੈ। ਇਹਨਾਂ ਅਧਿਕਾਰੀਆਂ ਨੂੰ ਆਪਣੇ ਘਰ ਪਿਆਰੇ ਨੇ, ਬੱਚੇ ਪਿਆਰੇ ਨੇ, ਤੇ ਬਾਹਰ ਜੀ ਦੇਖੋ 3-3 4-4 ਦਿਨ ਹੋ ਗਏ ਟਰੱਕ ਡਰਾਈਵਰ ਕਹਿੰਦੇ ਅਸੀਂ ਬੈਠਿਆਂ ਨੂੰ, ਸਾਡੇ ਇੱਥੇ ਢਾਬੇ ਵੀ ਨਹੀਂ ਖੁੱਲੇ, ਸਾਡੇ ਬੱਚੇ ਵੀ ਉਡੀਕਦੇ, ਘਰ ਵਾਲੀਆਂ ਉਡੀਕਦੀਆਂ, ਮਾਵਾਂ ਉਡੀਕਦੀਆਂ, ਤੇ ਉਹ ਖੱਜਲ ਖੁਆਰ ਹੋ ਰਹੇ। 10 ਵੱਜਣ ਨੂੰ ਆ ਗਏ ਜੀ, ਕੋਈ ਅਧਿਕਾਰੀ ਨਹੀਂ, ਉਹ ਕਹਿੰਦੇ ਸਾਡੀਆਂ ਗੱਡੀਆਂ ਨਹੀਂ ਖਾਲੀ ਹੋ ਰਹੀਆਂ। ਮੈਂ ਕਹਿੰਦਾ ਇੰਨੀਆਂ ਲੰਬੀਆਂ ਲਾਈਨਾਂ ਟੈਕਸ ਰੇਲਵੇ ਥਾਣੀ ਚਲੇ ਗਈਆਂ ਤੀਆਂ ਹਫ਼ਤਾ ਪਹਿਲਾਂ, ਇੰਨੀਆਂ ਲਾਈਨਾਂ ਲੰਬੀਆਂ ਅਸੀਂ ਕਦੇ ਵੀ ਨਹੀਂ ਤੀਆਂ ਦੇਖੀਆਂ ਹੈਗੀਆਂ। ਕੋਈ ਅਧਿਕਾਰੀ ਨਹੀਂ, ਡਰਾਈਵਰ ਭੁੱਖੇ ਪਿਆਸੇ, ਕੋਈ ਢਾਬਾ ਨਹੀਂ, ਕੋਈ ਹੋਟਲ ਨਹੀਂ, ਭੁੱਖੇ ਪਿਆਸੇ ਧੱਕੇ ਖਾਂਦੇ ਆ ਡਰਾਈਵਰ ਵੀਰ। ਇਹਨਾਂ ਬਾਰੇ ਵੀ ਨਹੀਂ ਕੋਈ ਸੋਚਦਾ ਹੈਗਾ। ਸੋਚਣਾ ਕੀ ਨਾ, ਜਦ ਉਰੇ ਅਫਸਰ ਹੀ ਨਹੀਂ ਹੈਗੇ, ਛੁੱਟੀਆਂ ਮਨਾ ਰਹੇ ਆ, ਆਪਣੀਆਂ ਮੌਜਾਂ ਕਰ ਰਹੇ ਆ। ਇਹ ਛੁੱਟੀਆਂ ਮਨਾਉਣੇ ਦਾ ਸੀਜ਼ਨ ਹੈ।
ਡਾਕਟਰ ਹਸਪਤਾਲਾਂ 'ਚ ਡਾਕਟਰਾਂ ਨੂੰ ਡਿਊਟੀ 24 ਘੰਟੇ, ਸਭ ਦੀ 24, ਪੁਲਿਸ ਦੀ 24 ਘੰਟੇ ਡਿਊਟੀ ਆ। ਇਹਨਾਂ ਦੀ ਮੁਲਾਜ਼ਮਾਂ ਦੀ ਛੁੱਟੀਆਂ ਹੈ, ਇਹ ਮੌਜਾਂ ਕਰ ਰਹੇ ਆ ਘਰ ਵਿੱਚ ਬੈਠੀ। ਇਹ ਵੀ ਜਿਹੜੀ ਇਹਨਾਂ ਦੀ ਆਪਣੀ ਕਣਕ ਆ ਘਰਾਂ, ਉਹਨੂੰ ਦੇਖਣ ਬਾਹਰ ਰੱਖ ਕੇ ਫੇਰ ਖਾਣ ਕਣਕ। ਮੈਂ ਤਾਂ ਇਹ ਕਹਿਣਾ ਫੇਰ ਪਤਾ ਲੱਗੇ ਵੀ ਕਿਆ ਭਾਅ ਬੀਤਦੀ ਆ। ਸੋ ਬਿਲਕੁਲ ਇਹ ਧੱਕਾ ਨਹੀਂ ਹੋਣਾ ਚਾਹੀਦਾ, ਕਿਉਂਕਿ ਕਿਸਾਨ ਜਦੋਂ ਵੀ ਮਰਦਾ ਜਾਂ ਤਾਂ ਕੁਦਰਤੀ ਆਫਤਾਂ ਮਾਰਦੀਆਂ ਨੇ, ਕੁਦਰਤੀ ਮਾਰਾਂ ਮਾਰਦੀਆਂ ਨੇ, ਜਾਂ ਸਰਕਾਰਾਂ ਮਾਰਦੀਆਂ ਨੇ। ਇਹ ਦੋਸ਼ ਹੁਣ ਤੋਂ ਨਹੀਂ, ਇਹਨਾਂ ਲੋਕਾਂ ਨੂੰ ਪੁੱਛੋ, ਧਰਨੇ ਲੱਗਦੇ ਨੇ, ਡੰਡੇ ਵੀ ਵਰਦੇ ਨੇ ਫਿਰ ਪੁਲਿਸ ਵਾਲਿਆਂ ਦੇ, ਪਰ ਇੱਥੇ ਕੋਈ ਕਿਸੇ ਦੀ ਜ਼ਿੰਮੇਵਾਰੀ ਨਹੀਂ ਹੈਗੀ। ਤੁਹਾਨੂੰ ਕੀ ਲੱਗਦਾ ਜਿਹੜੀ 20 ਰੁਪਏ ਵਾਲੀ ਕਣਕ ਹੈ, ਸਰਕਾਰਾਂ ਕਹਿੰਦੀਆਂ ਜੀ ਅਸੀਂ 2 ਰੁਪਏ ਕਿਲੋ ਦੇ ਰਹੇ ਹਾਂ ਕਣਕ, ਇਹ 2 ਰੁਪਏ ਕਿਲੋ ਕਰਕੇ ਦੇ ਰਿਹਾ, 2 ਰੁਪਏ ਬਣਾ ਕੇ, 2 ਰੁਪਏ ਦਾ ਵਜਨ ਬਣਾ ਕੇ ਦੇਣੀ ਆ ਇਹ। ਇਹਦਾ ਵਜਨ ਵਧਾ ਕੇ ਨਾ, ਇਹ ਤਾਂ ਥੈਲੇ ਦਾ 7-8 ਕਿਲੋ ਵਜਨ ਵਧਣਾ ਹੈ ਇਹ ਹਿਸਾਬ ਨਾਲ। ਇਹ ਤਾਂ ਆਪਣੇ ਕੋਲ ਤੇ ਤਾਂ ਕੋਈ ਦੇਣਾ ਹੀ ਨਹੀਂ ਹੈਗਾ। ਇਹ ਤਾਂ ਰੱਬ ਦੇ ਰੇਟ ਵੀ ਅਸਲ 'ਚ 2 ਰੁਪਏ ਕਿਲੋ ਹੀ ਹੋ ਜਾਣਾ ਜਦੋਂ ਕਾਲੀ ਹੋ ਜਾਣੀ। ਜਦ ਕਾਲੀ ਹੋ ਜਾਣੀ ਪੁੱਛਣੀ ਓ ਨਹੀਂ ਕਿਸੇ ਨੇ, ਜਦ ਪੁੱਛਣੀ ਓ ਨਹੀਂ ਕਿਸੇ ਨੇ ਤਾਂ ਆਪੇ, ਤਾਂ ਹੀ ਤਾਂ ਸਾਡੀਆਂ ਬਾਹਰਲੀਆਂ ਕੰਟਰੀਆਂ ਲੈਣੇ ਨੂੰ ਬੰਦ ਕਰਨੇ ਨੂੰ ਫਿਰਦੀਆਂ ਚੀਜ਼ਾਂ ਵੀ ਜ਼ਿਮੀਂਦਾਰ ਤਾਂ ਕੁਆਲਿਟੀ ਵਧੀਆ ਦਿੰਦਾ ਹੈ, ਪਰ ਗਾਹਾਂ ਪ੍ਰਸ਼ਾਸਨ ਅਧਿਕਾਰੀ ਇਹਦੀ ਸੰਭਾਲ ਨਹੀਂ ਕਰਦੇ ਹੈਗੇ, ਆਪੇ ਮਾੜੀ ਹੋ ਜਾਂਦੀ ਹੈ। ਤਾਂ ਹੀ ਸਾਡੀ ਬਾਹਰ ਤੇ ਵੀ ਸਾਨੂੰ ਜਵਾਬ ਮਿਲਦੇ ਵੀ ਤੁਹਾਡੀ ਚੀਜ਼ਾਂ 'ਚ ਚੰਗੀਆਂ ਨਹੀਂ ਹੈਗੀਆਂ, ਕੁਆਲਿਟੀਆਂ ਨਹੀਂ ਹੈਗੀਆਂ। ਕੁਆਲਿਟੀਆਂ ਜ਼ਿਮੀਂਦਾਰ ਕੋਲ ਨਹੀਂ, ਜ਼ਿਮੀਂਦਾਰ ਕੋਲ ਕੁਆਲਿਟੀ ਵਧੀਆ ਆਉਂਦੀ ਆ, ਪਰ ਗਾਹਾਂ ਆ ਕੇ ਕੁਆਲਿਟੀ ਮਾੜੀ ਹੋ ਜਾਂਦੀ ਆ ਜਦ ਇਹਨੂੰ ਸਾਂਭਦੇ ਨਹੀਂ ਹੈਗੇ। ਤੇ ਇਹਦਾ ਮਤਲਬ ਕਿ ਹੁਣ ਇਹ ਸੁਧਾਰ ਕਿਵੇਂ ਹੋ ਸਕਦਾ, ਕਿਸ ਤਰ੍ਹਾਂ ਹੋਣਾ ਚਾਹੀਦਾ, ਜਾਂ ਕੀ ਕਰਨਾ ਚਾਹੀਦਾ? ਇਹ ਤਾਂ ਹੀ ਹੋ ਸਕਦਾ ਜੇ ਸਰਕਾਰ ਔਰ ਪ੍ਰਸ਼ਾਸਨ ਜਾਗੇ, ਇਹ ਜਿਨ੍ਹਾਂ ਦੀ ਡਿਊਟੀ ਆ ਉਹਨਾਂ ਦੇ ਕਾਰਵਾਈ ਕਰੇ ਵੀ ਇਹ ਕਿਉਂ ਮੀਂਹ ਹੈ, ਤਰਪਾਲਾਂ ਕਿਉਂ ਨਹੀਂ ਤੁਸੀਂ ਉੱਥੇ ਮੌਕੇ ਪਰ ਪਹੁੰਚੇ ਹੈਗੇ। ਉਹਨਾਂ ਨੂੰ ਪਹੁੰਚਣਾ ਚਾਹੀਦਾ, ਉਸੇ ਟਾਈਮ ਉੱਠ ਕੇ ਤੜਕੇ ਤੇ ਪਹੁੰਚਦੇ ਜਦ ਮੀਂਹ ਆਇਆ ਤਾਂ ਉਸੇ ਟਾਈਮ। ਬਿਜਲੀ ਤਾਂ ਜਦੇ ਬੰਦ ਹੋ ਜਾਂਦੀ ਆ ਐਟ ਏ ਟਾਈਮ, ਚਾਹੇ ਕਿਸੇ ਦਾ ਕੋਈ ਪਨੀਰੀ ਬੀਜਣੇ ਨੂੰ ਪਈ ਆ, ਚਾਹੇ ਕੁਛ ਪਿਆ ਹੈ ਵੀ ਹਨੇਰੀ ਆ ਗਈ, ਮੀਂਹ ਆ ਗਿਆ, ਪਰ ਇੱਥੇ ਕੋਈ ਮਤਲਬ ਅਫਸਰ ਨਹੀਂ ਮੌਜੂਦ ਹੈਗਾ। ਇਸ ਕਰਕੇ ਅਸੀਂ ਇਹਦੀ ਬਹੁਤ ਨਿਖੇਧੀ ਕਰਦੇ ਹਾਂ। ਜ਼ਿਮੀਂਦਾਰਾਂ ਨਾਲ ਧੱਕਾ, ਇੱਥੇ ਕੋਈ ਕਿਸੇ ਦੀ ਪਰਵਾਹ ਨਹੀਂ ਹੈਗੀ, ਜਿੱਕਣਾ ਮਰਜੀ ਪਾਣੀ ਪਈ ਜਾਵੇ ਜੀ। ਸੋ ਇਹ ਸਾਨੂੰ ਰੁਪਿੰਦਰ ਸਿੰਘ ਰੂਪਾ ਇਸ ਵੇਲੇ ਬਿਜਲੀ ਲਸਕ ਰਹੀ ਹੈ, ਲਸ਼ਕਾਰੇ ਮਾਰ ਰਹੀ ਹੈ, ਬੱਦਲਬਾਈ ਹੋਈ ਪਈ ਹੈ ਤੇ ਖੁੱਲ੍ਹੇ ਅੰਬਰ ਦੇ ਵਿੱਚ ਇਹ ਕਣਕ ਪਈ ਹੈ। ਤੇ ਜਦੋਂ ਉਹਨਾਂ ਨੂੰ ਪੁੱਛਦੇ ਆ ਲੇਬਰ ਨੂੰ, ਉਹ ਕਹਿੰਦੇ ਜੀ ਸਾਨੂੰ ਤਾਂ ਕਿਸੇ ਨੇ ਆਰਡਰ ਹੀ ਨਹੀਂ ਕੀਤਾ ਵੀ ਅਸੀਂ ਕਿਵੇਂ ਉਹ ਕਰਾਂਗੇ, ਕਿਉਂਕਿ ਇੱਥੇ ਉਹ ਕਹਿੰਦੇ ਇਹਦੇ ਉੱਪਰ ਹੋਰ ਕਣਕ ਲੱਗਣੀ ਹੈ, ਮਤਲਬ ਕਿ ਗਿੱਲੀ ਦੇ ਉੱਪਰ ਹੀ ਲਾ ਦੇਣੀ ਆਪਾਂ ਨੇ ਸੁੱਕੀ, ਤੇ ਫਿਰ ਉਹ ਗਲ ਜੇਗੀ ਤੇ ਗਲੀ ਹੋਈ ਕਣਕ ਗਰੀਬਾਂ ਨੂੰ ਖਿਲਾਈ ਜਾਂਦੀ ਹੈ। ਇਹ ਦੋਸ਼ ਲੱਗਦੇ ਨੇ। ਉਹ ਰੁਪਿੰਦਰ ਸਿੰਘ ਰੂਪਾ ਨੇ ਕਿਹਾ ਵੀ ਹੈ ਵੀ ਜੇ ਗਰੀਬਾਂ ਨੂੰ ਕਣਕ ਦਿਓਗੇ ਨਾ 2 ਰੁਪਏ ਕਿਲੋ ਵਾਲੀ, ਤਾਂ ਨਾਲ 500 ਰੁਪਏ ਦੇ ਦਿਓ ਤਾਂ ਕਿ ਗਰੀਬ ਲੋਕ ਆਪਣਾ ਇਲਾਜ ਕਰਵਾ ਲੈਣ। ਪਰ ਇਹ ਪ੍ਰਸ਼ਾਸਨ ਨੂੰ ਜ਼ਰੂਰ ਸਮਝਣਾ ਚਾਹੀਦਾ, ਅਧਿਕਾਰੀਆਂ ਨੂੰ, ਘਰਾਂ ਦੇ ਵਿੱਚ ਬੈਠੇ ਨੇ ਜਿਹੜੇ, ਇਹ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ, ਕਿਉਂਕਿ ਇਹ ਲੋਕਾਂ ਨੇ ਖਾਣੀ ਹੈ। ਇਹ ਵੀ ਕਿਸੇ ਦੇ ਮਾਵਾਂ ਨੇ, ਕਿਸੇ ਦੇ ਪਿਓ ਨੇ, ਧੀ ਨੇ, ਪੁੱਤ ਨੇ ਖਾਣੀ ਹੈ। ਉਹਨਾਂ ਨੂੰ ਬਿਮਾਰੀਆਂ ਚਿੰਬੜਨਗੀਆਂ। ਸੋ ਅਸੀਂ ਕਹਿੰਦੇ ਹਾਂ ਬਈ ਪੂਰਾ ਭਾਰਤ ਜਿਹੜਾ ਹੈਗਾ ਬਿਮਾਰੀਆਂ ਨਾਲ ਗ੍ਰਸਤ ਹੈ, ਉਹ ਇਹਨਾਂ ਕਾਰਨਾਂ ਕਰਕੇ ਹੀ ਹੈ, ਸਾਡੀਆਂ ਲਾਪਰਵਾਹੀਆਂ ਕਰਕੇ ਹੀ ਹੈ। ਇਹ ਲਾਪਰਵਾਹੀਆਂ ਨਹੀਂ ਹੋਣੀਆਂ ਚਾਹੀਦੀਆਂ। ਅੱਜ ਲਸਾਕਾ ਪੈ ਰਿਹਾ, ਕੜਾਕਾ ਪੈ ਰਿਹਾ ਹੈ ਤੇ ਕਿਸਾਨਾਂ ਦੇ ਦਿਲ ਧੱਕ ਧੱਕ ਕਰ ਰਹੇ ਨੇ। ਉਹਨਾਂ ਕਿਸਾਨਾਂ ਦੇ ਜਿਨ੍ਹਾਂ ਦੇ ਅਜੇ ਤੂੜੀ ਬਣਾਉਣ ਨੂੰ ਪਈ ਹੈ, ਖੇਤਾਂ ਦੇ ਵਿੱਚ ਕਣਕ ਪਈ ਹੈ। ਬਹੁਤ ਸਾਰੇ ਲੋਕ ਮੰਡੀਆਂ ਦੇ ਵਿੱਚ ਵੀ ਲਾਈਨਾਂ ਲੱਗੀਆਂ ਹੋਈਆਂ ਸੀ, ਟਰੈਕਟਰ ਵੀਰ ਫਿਰ ਉਹ ਇੱਧਰ ਉੱਧਰ ਲੈ ਕੇ ਗਏ ਨੇ। ਸੋ ਉਹਨਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਦੇ ਨਾਲ ਇਸ ਤਰ੍ਹਾਂ ਦਾ ਵਿਤਕਰਾ ਨਹੀਂ ਹੋਣਾ ਚਾਹੀਦਾ। ਮਤੇਈ ਮਾਂ ਵਾਲਾ, ਮਤੇਈ ਮਾਂ ਵੀ ਇੰਨਾ ਨਹੀਂ ਕਰਦੀ ਜਿੰਨਾ ਇੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਹ ਚੀਜ਼ ਕੀਤੀ ਹੈ। ਸੋ ਇਹ ਸਿਰਫ ਰੂਪਨਗਰ ਦੀਆਂ ਤਸਵੀਰਾਂ ਨੇ। ਇਹ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ, ਵੱਖ-ਵੱਖ ਗੋਦਾਮਾਂ ਦੇ ਵਿੱਚ ਤੁਹਾਨੂੰ ਅਜਿਹੇ ਹਾਲ ਮਿਲ ਜਾਣਗੇ। ਸੋ ਮਾਰਕਫੈੱਡ ਦੇ ਗੋਦਾਮ ਤੋਂ ਬਾਅਦ ਇਹ ਪੰਸਬ ਦਾ ਗੋਦਾਮ ਹੈ। ਇੱਥੇ ਵੀ ਜਿਹੜੀ ਫਸਲ ਹੈਗੀ ਆ ਉਹ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਮਾਰਕਫੈੱਡ ਦਾ ਹਾਲ ਸੀਗਾ। ਤੇ ਇੱਥੇ ਵੀ ਅੰਬਰ ਦੇ ਥੱਲੇ ਖੁੱਲੀ ਪਈ ਹੈ, ਕੋਈ ਤਰਪਾਲਾਂ ਨਹੀਂ। ਤਰਪਾਲਾਂ ਬੇਸ਼ੱਕ ਉਸੇ ਤਰ੍ਹਾਂ ਉੱਪਰ ਪਈਆਂ ਨੇ ਜਾਂ ਕੁਝ ਤਰਪਾਲਾਂ ਨਾਲ ਪਈਆਂ ਨੇ ਸਾਡੇ, ਆਪਾਂ ਇੱਥੇ ਦਿਖਾ ਸਕਦੇ ਹਾਂ ਵੀ ਇਹ ਤਰਪਾਲਾਂ ਹੈਗੀਆਂ ਤੇ ਪਰ ਢਕੀ ਨਹੀਂ ਗਈ। ਬਹੁਤ ਵੱਡੀ ਨਲਾਇਕੀ ਹੈ, ਕਿਉਂਕਿ ਇੱਕ ਹੋਰ ਗੱਲ, ਜਦੋਂ ਡਰਾਈਵਰ ਭਰਾ ਲੈ ਕੇ ਆਉਂਦੇ ਨੇ ਨਾ ਫਸਲ, ਉੱਥੋਂ ਮੰਡੀਆਂ 'ਚੋਂ ਚੱਕ ਕੇ ਲਿਆਉਂਦੇ ਆ, ਤਾਂ ਉਹਨਾਂ ਨੂੰ ਕਿਹਾ ਜਾਂਦਾ ਵੀ ਤਰਪਾਲ ਪੂਰੀ ਤਰ੍ਹਾਂ ਪਾ ਕੇ ਰੱਖਣੀ, ਨਹੀਂ ਤਾਂ ਤੁਹਾਡਾ ਕਿਰਾਏ 'ਚੋਂ ਪੈਸੇ ਕੱਟਣਗੇ ਜੇ ਗਿੱਲੀ ਹੋ ਗਈ। ਅਤੇ ਉਸ ਤੋਂ ਬਾਅਦ ਇੱਥੇ ਆ ਕੇ ਕੌਣ ਪੁੱਛਦਾ? ਅਤੇ ਡਰਾਈਵਰਾਂ ਨੂੰ ਤਾਂ ਆਪਾਂ ਪੈਸੇ ਕੱਟ ਲੈਂਦੇ ਹਾਂ, ਅਤੇ ਇੱਥੇ ਕਿਹਦੇ ਪੈਸੇ ਕੱਟੇ ਜਾਣਗੇ? ਇਹ ਵੱਡਾ ਸਵਾਲ ਹੈ। ਪੰਸਬ ਦਾ ਗੋਦਾਮ ਹੈਗਾ ਇਹ। ਪਹਿਲੇ ਤੁਹਾਨੂੰ ਮਾਰਕਫੈੱਡ ਦੀਆਂ ਤਸਵੀਰਾਂ ਦਿਖਾਈਆਂ, ਇਹ ਬਹੁਤ ਵੱਡਾ ਇਹ ਵੀ ਗੋਦਾਮ
ਤੇ ਇੱਥੇ ਵੀ ਹਜ਼ਾਰਾਂ ਟਨ ਜਿਹੜੀ ਫਸਲ ਹੈਗੀ ਆ ਉਹ ਬਰਬਾਦ ਹੋ ਰਹੀ ਹੈ। ਸੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਹ ਦੂਰੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਵੀ ਇੱਕ ਪਾਸੇ ਤਾਂ ਡਰਾਈਵਰਾਂ ਨੂੰ ਕਹੋ ਜੀ ਤਰਪਾਲਾਂ ਪਾ ਕੇ ਲਿਆਓ, ਤੇ ਤਰਪਾਲਾਂ ਪਾ ਕੇ ਲਿਆ ਕੇ ਉਹ ਇੱਥੇ ਮੀਂਹ ਦੇ ਵਿੱਚ ਰੱਖ ਦੇਣ। ਸੋ ਕਿਸਾਨਾਂ ਦੇ ਨਾਲ ਵੀ ਇਸੇ ਤਰ੍ਹਾਂ ਵਿਤਕਰਾ ਹੁੰਦਾ ਹੈ। ਕਿਸਾਨਾਂ ਨੂੰ ਵੀ ਕਿਹਾ ਜਾਂਦਾ ਹੈ ਵੀ ਤੁਹਾਡੀ ਨਮੀ 2% ਵੀ ਵੱਧ ਜਾਂਦੀ ਹੈ ਤਾਂ ਉਹ ਵੀ ਵਾਪਸ ਕਰ ਦਿੱਤੇ ਜਾਂਦੇ ਆ। ਸੋ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ। ਇਹ ਪੰਸਪ ਦੀਆਂ ਤਸਵੀਰਾਂ ਹੈਗੀਆਂ ਗੋਦਾਮ ਦੀਆਂ, ਜਿੱਥੇ ਸ਼ਰੇਆਮ ਤੁਸੀਂ ਵੇਖ ਸਕਦੇ ਹੋ ਕਿ ਕਣਕ ਜਿਹੜੀ ਹੈਗੀ ਆ ਉਹ ਭਿੱਜੀ ਦਿਸ ਰਹੀ ਹੈ। ਇੱਥੇ ਵੀ ਆਪਾਂ ਦਿਖਾ ਸਕਦੇ ਹਾਂ ਵੀ ਇੱਥੇ ਲੇਬਰ ਹੈਗੀ ਹੈ, ਡਰਾਈਵਰ ਵੀਰ ਹੈਗੇ ਨੇ, ਪਰ ਇੱਥੇ ਕੋਈ ਅਧਿਕਾਰੀ ਨਹੀਂ ਹੈਗਾ ਬਈ ਜਿਹਦੇ ਨਾਲ ਗੱਲਬਾਤ ਕਰ ਸਕੀਏ। ਕਿਉਂਕਿ ਅਸੀਂ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਅਜੇ ਤੱਕ ਆਏ ਨਹੀਂ, 10 ਵੱਜ ਚੁੱਕੇ ਨੇ। ਪਰ ਸਵਾਲ ਇਹੀ ਨੇ ਬਈ ਜਦੋਂ ਆਫਤ ਹੈ ਉਸ ਵੇਲੇ ਤਾਂ ਐਮਰਜੈਂਸੀ ਵੇਲੇ ਤਾਂ 24 ਘੰਟੇ ਡਾਕਟਰਾਂ ਦੀਆਂ ਡਿਊਟੀਆਂ ਨੇ, ਅਤੇ ਇੱਥੇ ਕੋਈ ਐਮਰਜੈਂਸੀ ਨਹੀਂ ਹੈਗੀ। ਅਨਾਜ ਭਿੱਜਦਾ ਤਾਂ ਇਹਨੂੰ ਕਿਸੇ ਤਰ੍ਹਾਂ ਦੀ ਐਮਰਜੈਂਸੀ ਨਹੀਂ ਮੰਨਿਆ ਜਾਂਦਾ। ਸੋ ਇਹ ਤੁਸੀਂ ਵੇਖ ਸਕਦੇ ਹੋ ਸਾਹਮਣੇ ਕਿਵੇਂ ਖੁੱਲ੍ਹੀ ਹੀ ਪਈ ਹੈ, ਕੋਈ ਤਰਪਾਲਾਂ ਨਹੀਂ। ਇਹ ਤਰਪਾਲਾਂ ਪਈਆਂ ਜਿਹੜੀਆਂ ਇਹਨਾਂ ਦੇ ਉੱਤੇ ਦਿੱਤੀਆਂ ਜਾਣੀਆਂ ਸੀਗੀਆਂ, ਪਰ ਇਹ ਇੱਥੇ ਹੀ ਪਈਆਂ ਨੇ। ਸੋ ਇਹ ਇੱਥੇ ਸਵਾਲ ਪੈਦਾ ਹੁੰਦੇ ਵੀ ਇੱਥੇ ਕੋਈ ਕਿਸੇ ਤਰ੍ਹਾਂ ਦੀ ਐਮਰਜੈਂਸੀ ਨਹੀਂ ਹੈਗੀ। ਇਹਨਾਂ ਅਧਿਕਾਰੀਆਂ ਉੱਤੇ ਕੋਈ ਐਮਰਜੈਂਸੀ ਲਾਗੂ ਨਹੀਂ ਹੁੰਦੀ, ਡਾਕਟਰਾਂ ਉੱਤੇ, ਪੁਲਿਸ ਉੱਤੇ ਅਤੇ ਹੋਰ ਜਿਹੜੇ ਲੋਕ ਹੈਗੇ ਨੇ, ਕਰਮਚਾਰੀ ਹੈਗੇ ਨੇ ਸਫਾਈ, ਉਹਨਾਂ ਦੇ ਲਈ ਐਮਰਜੈਂਸੀ ਹੈ ਇਹਨਾਂ ਹਾਲਾਤਾਂ ਦੇ ਵਿੱਚ। ਅਤੇ ਜਦੋਂ ਹੁਣ ਮੀਂਹ ਪੈ ਰਿਹਾ ਹੈ, ਕਣਕ ਭਿੱਜ ਰਹੀ ਹੈ, ਤਾਂ ਕਿਸੇ ਅਧਿਕਾਰੀ ਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਐਮਰਜੈਂਸੀ ਨਹੀਂ ਲੱਗਦੀ। 10 ਵੱਜ ਚੁੱਕੇ ਨੇ, ਸਵੇਰ ਦਾ 6 ਵਜੇ ਦਾ ਹਾਲ ਮੰਜ਼ਰ ਜਿਹੜਾ ਮਾੜਾ ਹੋਇਆ ਪਿਆ ਹੈ। ਮੀਂਹ ਪੈ ਰਿਹਾ, ਤੂਫਾਨ ਚੱਲ ਰਿਹਾ, ਹਨੇਰੀਆਂ ਚੱਲ ਰਹੀਆਂ, ਪਰ ਇੱਥੇ ਕੋਈ ਨਹੀਂ ਪੁੱਜਿਆ। ਸਿਰਫ ਲੇਬਰ ਹੈਗੀ ਆ। ਲੇਬਰ ਨੂੰ ਵੀ ਫੋਨ ਕਰਕੇ ਵੀ ਨਹੀਂ ਕਿਹਾ ਗਿਆ ਵੀ ਇਹ ਜਿਹੜੀ ਹੈਗੀਆਂ ਤਰਪਾਲਾਂ ਪਾ ਦਿੱਤੀਆਂ ਜਾਣ। ਇਹ ਕੀ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ, ਇਹਦੀ ਵੀ ਵੱਡੇ ਪੱਧਰ ਦੇ ਉੱਤੇ ਜਾਂਚ ਹੋਣੀ ਚਾਹੀਦੀ ਹੈ। ਕਿਉਂਕਿ ਰੁਪਿੰਦਰ ਸਿੰਘ ਰੂਪਾ ਨੇ ਇਲਜ਼ਾਮ ਇਹੀ ਲਗਾਏ ਵੀ ਇਹ ਜਾਣਬੁੱਝ ਕੇ ਕਰਦੇ ਆ, ਕਿਉਂਕਿ ਜਦੋਂ ਇਹਦਾ ਵੇਟ ਵੱਜੇਗਾ ਫਿਰ ਇਹਦੇ ਵਿੱਚੋਂ ਕਣਕ ਕੱਢ ਲਈ ਜਾਂਦੀ ਹੈ, ਚੋਰੀ ਕੀਤੀ ਜਾਂਦੀ ਹੈ, ਅਤੇ ਉਹਨੂੰ ਜਿੰਨਾ ਵਜ਼ਨ ਚਾਹੀਦਾ ਉਨੇ ਦੇ ਵਜ਼ਨ ਦੀ ਬਣਾ ਦਿੱਤਾ ਜਾਂਦਾ ਹੈ। ਸੋ ਇਹਦੇ ਬਾਰੇ ਵੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ। ਸੱਜਣ ਸਿੰਘ ਸੈਣੀ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।